ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਸ਼੍ਰੀ ਸੰਤ ਜੀ ਮਹਾਰਾਜ ਦੀ ਅਲੌਕਿਕ ਕਰਨੀ ਤੋਂ ਪ੍ਰਭਾਵਿਤ ਹੋ ਕੇ ਇੱਕ ਦਿਨ ਖੱਟ ਦਰਸ਼ਨ ਸਾਧੂ ਸਮਾਜ ਉਦਾਸੀਨ ਅਤੇ ਨਿਰਮਲੇ ਸੰਤਾਂ ਸਮੇਤ ਇਕੱਤਰ ਹੋ ਕੇ ਦਰਸ਼ਨ ਕਰਨ ਵਾਸਤੇ ਆਇਆ। ਪ੍ਰੇਮ ਸ਼ਰਧਾ ਅਧੀਨ ਧਾਰਮਿਕ ਗੋਸ਼ਟੀ ਆਰੰਭ ਹੋਈ। ਖੱਟ ਸ਼ਾਸਤਰਾਂ ਦਾ ਸਿਧਾਂਤ, ਬ੍ਰਹਮ ਵਿਦਿਆ ਦਾ ਰਹੱਸ, ਗੁਰਮਤਿ ਦਾ ਅਤੇ ਗੁਰਬਾਣੀ ਦੀ ਵਿਸ਼ੇਸ਼ਤਾ ਉੱਤੇ ਵਿਚਾਰ ਹੋਈ। ਸ਼੍ਰੀ ਸੰਤ ਜੀ ਮਹਾਰਾਜ ਨੇ ਪ੍ਰੇਮ ਪੂਰਵਕ ਦੱਸਿਆ ਕਿ ਇਸ ਸਮੇਂ ਵਿਸ਼ਵ ਵਿੱਚ ਕੇਵਲ ਗੁਰਬਾਣੀ ਹੀ ਗਿਆਨ ਦਾ ਭੰਡਾਰ ਹੈ। ਕਲਿਆਣ ਦੀ ਪ੍ਰਾਪਤੀ ਦਾ ਸਾਧਨ ਵੀ ਗੁਰਬਾਣੀ ਹੀ ਹੈ। ਸਤਿਗੁਰੂ ਜੀ ਨੇ ਸਪਸ਼ਟ ਆਖ ਦਿੱਤਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ, ਮਾਨੇ ਪਰਤਖ ਗੁਰ ਨਿਸਤਾਰੇ। ਗੁਰਮਤਿ ਦਾ ਇਹ ਪ੍ਰਮੁੱਖ ਸਿਧਾਂਤ ਹੈ। ਸਿੱਖੀ ਪਰਉਪਕਾਰੀਆਂ ਦਾ ਸਮੂਹ ਹੈ। ਸੋ ਪੂਰਨ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਗੁਰੂ ਜੀ ਦੇ ਨਿਯੁਕਤ ਕੀਤੇ ਚੰਬਰ ਤਖਤ ਤੇ ਸਿੱਖੀ ਦੇ ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਗੁਰੂ ਹਨ। ਅੰਮ੍ਰਿਤ ਪਾਨ ਕਰਨਾ ਸਿੱਖੀ ਦਾ ਅਵਸ਼ਕ ਕਰਮ ਹੈ। ਸਿੱਖੀ ਵਿੱਚ ਰਾਜ ਅਤੇ ਯੋਗ ਦੋਨਾਂ ਦਾ ਸੁਮੇਲ ਹੈ। ਸਿੱਖੀ ਨਿਰਾਸ਼ਵਾਦੀਆਂ ਦਾ ਟੋਲਾ ਨਹੀਂ ਅਤੇ ਨਾ ਹੀ ਸੰਸਾਰਿਕ ਦਲਦਲ ਵਿੱਚ ਫਸਣ ਵਾਲੀ ਹੈ। ਸਿੱਖੀ ਬਾਰੇ ਸਤਿਗੁਰੂ ਜੀ ਦਾ ਫਰਮਾਨ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਣ ਸਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਇਤਿਆਦਿਕ ਬਹੁਤ ਸਮਾਂ ਗਿਆਨ ਗੋਸ਼ਟੀ ਹੋਈ, ਜਿਸ ਨੂੰ ਸਰਵਣ ਕਰਕੇ ਖੱਟ ਦਰਸ਼ਨ ਸਾਧੂ ਸਮਾਜ ਪਰਮ ਪ੍ਰਸੰਨ ਹੋਇਆ। ਇਸੇ ਸਮਾਗਮ ਵਿੱਚ ਹੀ ਇੱਕ ਮੰਡਲੇਸ਼ਵਰ ਪੰਡਿਤ ਨੇ ਸੁਨਿਮਰ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਪੂਜਿਆ ਚਰਨ ਠਾਕੁਰ ਜੀ, ਕਲਯੁਗ ਵਿੱਚ ਆਪ ਜੀ ਨੇ ਸਰਬੋੱਚ ਪਦਵੀ ਕਿਵੇਂ ਪ੍ਰਾਪਤ ਕੀਤੀ, ਕਿਹੋ ਜੀ ਤਪੱਸਿਆ ਤੇ ਘਾਲਨਾ ਘਾਲੀ ਹੈ। ਸ਼੍ਰੀ ਸੰਤ ਜੀ ਮਹਾਰਾਜ ਨੇ ਉੱਤਰ ਵਿੱਚ ਫਰਮਾਇਆ, ਕਰਤ ਫਿਰੇ ਮਨ ਭੇਖ ਮੋਹਨ, ਰਹਿਤ ਨਿਰਾਰ ਰਹਾਓ, ਕਥਨ ਸੁਨਾਵਨ ਗੀਤ ਨੀਕੇ, ਗਾਵਨ ਮਨ ਮਹਿ ਧਰਤੇ ਗਾਰ। ਇਸ ਦੇ ਨਾਲ ਹੀ ਸ਼ਬਦ ਵੀ ਬੋਲ ਕੇ ਸੁਣਾਇਆ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਭੈਰੋ ਮਹੱਲਾ ਪਹਿਲਾ, ਘਰ ਗੁਰ ਕੈ ਸ਼ਬਦ ਤਰੇ, ਮੁਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ, ਸਨਕ ਸਨੰਦਨ ਤਪਸੀ ਜਨ ਕੇਤੇ, ਗੁਰ ਪ੍ਰਸਾਦੀ ਪਾਰ ਪਰੇ। ਭਵ ਜਲ ਬਿਨ ਸ਼ਬਦੈ ਕਿਉ ਤਰੀਐ, ਨਾਮ ਬਿਨਾ ਜੁਗ ਰੋਗ ਵਿਆਪਿਆ, ਦੁਬਿਧਾ ਡੁਬ ਡੁਬ ਮਰੀਐ ਰਹਾਓ। ਗੁਰਦੇਵਾ ਗੁਰ ਅਲਖ ਅਭੇਬਾ, ਤ੍ਰਿਭਵਨ ਸੋਜੀ ਗੁਰ ਕੀ ਸੇਵਾ, ਆਪੇ ਦਾਤ ਕਰੀ ਗੁਰ ਦਾਤੈ, ਪਾਇਆ ਅਲਖ ਅਭੇਬਾ। ਮਨ ਰਾਜਾ ਮਨ ਤੇ ਮਾਨਿਆ, ਮਨਸਾ ਮਨ ਹੈ ਸਮਾਈ, ਮਨ ਜੋਗੀ ਮਨ ਬਿਨਸ ਬਿਯੋਗੀ, ਮਨ ਸਮਝੈ ਗੁਰ ਗਾਈ। ਗੁਰ ਤੇ ਮਨ ਮਾਰਿਆ, ਸ਼ਬਦ ਵਿਚਾਰਿਆ, ਤੇ ਬਿਰਲਾ ਸੰਸਾਰਾ, ਨਾਨਕ ਸਾਹਿਬ ਭਰਪੂਰ ਲੀਨਾ, ਸਾਚ ਸ਼ਬਦ ਨਿਸਤਾਰਾ। ਇਹਨਾਂ ਸ਼ਬਦਾਂ ਦੀ ਵਿਆਖਿਆ ਨਾਲ ਸ਼੍ਰੀ ਸੰਤ ਜੀ ਮਹਾਰਾਜ ਨੇ ਸਮੂਹ ਪ੍ਰਸ਼ਨਾਂ ਦਾ ਉੱਤਰ ਦੇ ਕੇ ਸਾਧੂ ਸਮਾਜ ਦੇ ਵਿਦਵਾਨਾਂ ਮਹਾਂਪੁਰਸ਼ਾਂ ਨੂੰ ਪ੍ਰਸੰਨ ਕੀਤਾ। ਸਮੂਹ ਮਹਾਂਪੁਰਸ਼ਾਂ ਨੇ ਪ੍ਰਣਾਮ ਕਰਕੇ ਆਗਿਆ ਮੰਗੀ। ਸ਼੍ਰੀ ਸੰਤ ਜੀ ਮਹਾਰਾਜ ਨੇ ਸਭ ਨੂੰ ਪ੍ਰਸੰਨਤਾ ਪੂਰਵਕ ਤੋਰਿਆ। ਕੁੰਭ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਸੰਤ ਜੀ ਮਹਾਰਾਜ ਅੰਮ੍ਰਿਤਸਰ ਪਹੁੰਚ ਗਏ। ਰਿਹਾਇਸ਼ ਸ਼੍ਰੀ ਆਤਮ ਸਿੰਘ ਦੇ ਕੋਲ ਰੱਖੀ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਨਮਸਕਾਰ ਕਰਕੇ ਗੁਰੂ ਕੇ ਬਾਗ ਵਿੱਚ ਦੀਵਾਨ ਰੱਖਿਆ। ਇੱਕ ਗੁਰਮੁਖ ਪਿਆਰੇ ਭਾਈ ਨਿਹਾਲ ਸਿੰਘ ਨੇ ਮਸਤੂਆਣੇ ਦੇ ਲੰਗਰ ਵਾਸਤੇ ਇੱਕ ਦੇਗ, 4 ਪ੍ਰਾਂਤਾਂ ਤੇ ਕਈ ਦਰਜਨ ਥਾਲੀਆਂ ਭੇਟ ਕੀਤੀਆਂ। ਕਈ ਦਿਨਾਂ ਤੋਂ ਬਾਅਦ ਸ਼੍ਰੀ ਸੰਤ ਜੀ ਮਹਾਰਾਜ ਮਸਤੂਆਣੇ ਪਹੁੰਚ ਗਏ। ਜਦ ਮਸਤੂਆਣੇ ਦੀ ਸੰਗਤ ਨੂੰ ਪ੍ਰਸੰਨਤਾ ਭਰੀ ਖਬਰ ਮਿਲੀ ਕਿ ਸ਼੍ਰੀ ਸੰਤ ਜੀ ਮਹਾਰਾਜ ਆ ਗਏ ਹਨ, ਤਾਂ ਸੰਗਤ ਪ੍ਰਸੰਨ ਮੁਖ ਆਗਮਨ ਵਿੱਚ ਦੁਆਰ ਅੱਗੇ ਆ ਕੇ ਸਾਗਰਤੀ ਕੀਰਤਨ ਕਰਨ ਲੱਗੀ। ਸਾਜਨਾ ਸੰਤ ਆਓ ਮੇਰੇ, ਰਹਾਓ ਆਨੰਦਾ ਗੁਣ ਗਾਏ ਮੰਗਲ, ਕਸਮਲਾ ਮਿਟ ਜਾਹੇ ਪਰੈਰਾ। ਕੀਰਤਨ ਦੀ ਆਵਾਜ਼ ਸੁਣ ਕੇ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਹੀ ਸ਼੍ਰੀ ਸੰਤ ਜੀ ਮਹਾਰਾਜ ਰੱਥ ਤੋਂ ਉਤਰ ਕੇ ਹੱਥ ਜੋੜ ਕੇ ਪੈਰੀ ਤੁਰਨ ਲੱਗੇ। ਗੁਰਬਾਣੀ ਪ੍ਰਤੀ ਸ਼ਰਧਾ ਦੀ ਭਾਵਨਾ ਨੂੰ ਭਾਈ ਨਾਰਾਇਣ ਸਿੰਘ ਜੀ ਇਸ ਤਰ੍ਹਾਂ ਅੰਕਿਤ ਕਰਦੇ ਹਨ, ਸੰਗਤ ਸੁਣੀ ਕੀਰਤਨ ਕਰਦੀ, ਸੰਤਾਂ ਨੇ ਰਥ ਚੋਰਾ, ਗੁਰਬਾਣੀ ਦਾ ਅਦਬ ਰਖਾਵੇ, ਪ੍ਰੀਤਮ ਚੋਜੀ ਮੋਰਾ। ਸੰਗਤ ਨਮਸਕਾਰ ਕਰਕੇ ਪਰਮ ਪ੍ਰਸੰਨ ਹੋਈ। ਸ਼੍ਰੀ ਸੰਤ ਜੀ ਮਹਾਰਾਜ ਨੇ ਸਰਬੱਤ ਦੀ ਕੁਸ਼ਲਤਾ ਪੁੱਛੀ। ਹਰਿਮੰਦਰ ਦੀ ਬਿਲਡਿੰਗ ਨੂੰ ਸਾਰੇ ਫਿਰਕੇ ਤੇ ਉੱਪਰ ਚੜ੍ਹ ਕੇ ਦੇਖਿਆ। ਸੰਤ ਬਿਸ਼ਨ ਸਿੰਘ ਜੀ, ਸੰਤ ਗੁਲਾਬ ਸਿੰਘ ਅਤੇ ਸੰਤ ਉੱਤਮ ਸਿੰਘ ਨੇ ਕਾਰ ਸੇਵਾ ਬਾਰੇ ਸਭ ਕੁਝ ਦੱਸਿਆ। ਉਪਰੰਤ ਬਾਹਰ ਸਜੇ ਪਲੰਘ ਉੱਪਰ ਆ ਕੇ ਵਿਰਾਜਮਾਨ ਹੋ ਗਏ ਅਤੇ ਨਿੱਤਾਪ੍ਰਿਤ ਬੈਠ ਕੇ ਕਾਰ ਸੇਵਾ ਕਰਵਾਉਣ ਲੱਗੇ। ਸੰਗਤਾਂ ਦੂਰ ਦੂਰ ਤੋਂ ਸੇਵਾ ਕਰਨ ਵਾਸਤੇ ਹਾਜ਼ਰ ਹੁੰਦੀਆਂ।
ਹਰਿਮੰਦਰ ਦੇ ਗੋਬਿੰਦ ਵਾਸਤੇ ਨਿੱਕੀਆਂ ਇੱਟਾਂ ਦੇ ਇੱਕ ਆਵਾ ਪਿੰਡ ਬਡਰੁੱਖਿਆਂ ਵਿੱਚ ਤਿਆਰ ਕਰਵਾਇਆ। ਗੋਬਿੰਦ ਜੋੜਨ ਵਾਸਤੇ ਭਾਈ ਥੰਮਨ ਸਿੰਘ ਰਾਜ ਨਾਲੇ ਤੋਂ ਵਿਸ਼ੇਸ਼ ਤੌਰ ਤੇ ਮੰਗਵਾਇਆ। ਪਹਿਲੇ ਰਾਜ ਭਾਈ ਸੁਹੇਲ ਸਿੰਘ ਤੇ ਭਾਈ ਥੰਮਨ ਸਿੰਘ ਨੇ ਗੋਬਿੰਦ ਬਹੁਤ ਸੁੰਦਰ ਢੰਗ ਅਤੇ ਸੂਝ ਨਾਲ ਜੋੜਿਆ। ਇਸ ਗੋਬਿੰਦ ਦੀ ਆਕਿਰਤੀ ਪੰਜਾਬ ਦੇ ਸਮੂਹ ਗੋਬਿੰਦਾਂ ਨਾਲੋਂ ਵੱਖਰੀ ਅਤੇ ਪ੍ਰਭਾਵਸ਼ਾਲੀ ਹੈ। ਜਿਸ ਵਿੱਚ ਦਿਨ ਹਰਿਮੰਦਰ ਦਾ ਗੋਬਿੰਦ ਤਿਆਰ ਹੋਇਆ, ਦੂਰ ਦੂਰ ਦੀ ਸੰਗਤ ਇਕੱਤਰ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਸ਼੍ਰੀ ਸਾਂਝੀ ਮਹਾਰਾਜ ਨੇ ਫਰਮਾਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਲੈ ਕੇ ਇਸ ਤੀਰਥ ਦਾ ਨਾਮਕਰਨ ਵੀ ਕੀਤਾ ਜਾਵੇ। ਵਾਕ ਲਿਆ ਤਾਂ ਇਹ ਸ਼ਬਦ ਆਇਆ, ਧਨਾਸਰੀ ਮਹੱਲਾ ਪਹਿਲਾ। ਘਰ ਦੋ ਅਸ਼ਟਪਦੀਆਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਬਰ ਮੈਂ ਹੰਸ ਪਰਾਨ ਪਤ ਪਾਵੈ। ਕੀਆ ਬਗ ਬਪੜਾ ਛਪੜੀ ਨਾਈ, ਕੀਚੜ ਡੂਬੈ ਮੈਲ ਨ ਜਾਈ। ਰਹਾਓ ਰਖ ਰਖ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਨ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਰ ਸਹਿਜ ਸਮਾਏ। ਸਰਬਰ ਮੈਂ ਹੰਸ ਹੰਸ ਮਹਿ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨ ਪੁਰਖ ਕਹੋ ਕਿਉ ਕੈਸੇ। ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸਰਨਾਈ। ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਬਛਲ ਭੈ ਘਾਟਨ ਹਾਰੇ, ਹਉਮੈ ਮਾਰ ਮਿਲੇ ਭਗਤਾਰੇ। ਅਨਿਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਿਧਾ ਖੋਵੈ, ਆਪ ਨ ਚੀਨਸ ਭ੍ਰਮ ਭ੍ਰਮ ਰੋਵੈ। ਕਹਿਤੋ ਪੜਤੋ ਸੁਨਤੋ ਏਕ, ਧੀਰਜ ਧਰਮ ਧਰਨੀ ਧਰ ਟੇਕ। ਜਤ ਸਤ ਸੰਯਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤਿਆਏ। ਸਾਚੇ ਨਿਰਮਲ ਮੈਲ ਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਸੁਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਪਹਿਲੀ ਪੰਕਤੀ ਦੇ ਵਾਕ ਅਨੁਸਾਰ ਸ਼੍ਰੀ ਸਾਂਝੀ ਮਹਾਰਾਜ ਨੇ ਗੁਰਸਾਗਰ ਸਾਹਿਬ ਨਾਉ ਨਿਯੁਕਤ ਕੀਤਾ ਅਤੇ ਨਾਲ ਹੀ ਸਰੋਵਰ ਦੀ ਪਟਾਈ ਦਾ ਟੱਕ ਲਾਇਆ। ਇਸ ਸਮੇਂ ਸੰਗਤ ਦੇ ਗਗਨ ਗੁਜਾਊ ਜੈਕਾਰਿਆਂ ਨਾਲ ਆਕਾਸ਼ ਗੂੰਜ ਉੱਠਿਆ। 500 ਦਮੜੇ ਦਾ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਇਸ ਸਮੇਂ ਸ਼੍ਰੀ ਸਾਂਝੀ ਮਹਾਰਾਜ ਨੇ ਮੁੜ ਇਹ ਰਹੱਸਿਆ ਸਾਰੀ ਸੰਗਤ ਦੇ ਸਨਮੁਖ ਖੋਲ੍ਹਿਆ ਅਤੇ ਕਈ ਭਵਿਸ਼ਯਤ ਵਾਕ ਫਰਮਾਏ ਕਿ ਸਾਧ ਸੰਗਤ ਜੀ, ਇਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਤੀਰਥ ਹੈ। ਇਸ ਦਾ ਮਹਾਤਮ ਮਹਾਨ ਹੈ, ਮਹਿਮਾ ਅਪਾਰ ਹੈ, ਉਪਮਾ ਬੇਅੰਤ ਹੈ, ਉਸਤਤ ਅਕਹਿ, ਕੀਰਤੀ ਅਨੰਤ ਹੈ। ਇਸ ਤੀਰਥ ਉੱਤੇ ਹੀਰੇ ਜਵਾਹਰਾਤ ਰਤਨ ਜੜੇ ਜਾਣਗੇ। ਸ਼੍ਰੀ ਅੰਮ੍ਰਿਤਸਰ ਦਾ ਸ਼੍ਰੀ ਹਰਿਮੰਦਰ ਸਾਹਿਬ ਅਤੇ ਗੁਰਸਾਗਰ ਦਾ ਸ਼੍ਰੀ ਹਰਿਮੰਦਰ ਸਾਹਿਬ ਦੋਨੋਂ ਹੀ ਪਾਵਨ ਅਤੇ ਅਲੌਕਿਕ ਹਨ। ਇਸ ਵਾਸਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਫਰਮਾਇਆ ਹੈ, ਗੁਰਸਾਗਰ ਅੰਮ੍ਰਿਤ ਸਰ ਜੋ ਇੱਛੈ ਸੋ ਫਲ ਪਾਏ, ਨਾਮ ਪਦਾਰਥ ਅਮਰ ਹੈ, ਹਿਰਦੇ ਮਨ ਵਸਾਏ। ਇੱਥੇ ਕਈ ਲੱਖ ਦਾ ਇਕੱਠ ਹੋਵੇਗਾ, ਲੱਖ ਲੱਖ ਦੀ ਪੰਗਤੀ ਲੱਗੇਗੀ। ਇਸ ਤਰ੍ਹਾਂ ਸ਼੍ਰੀ ਸਾਂਝੀ ਮਹਾਰਾਜ ਨੇ ਤੀਰਥ ਗੁਰਸਾਗਰ ਨੂੰ ਬੇਅੰਤ ਵਰਦਾਨ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ।